चलत है हम पी चलना, दूर गवना सिर ऊपर मरना। क्या तू सोया जाग आना, तै जीवन जग सच कर जाना। मारू महला पहला कर पहला, करनी कागद मन मसवाणी। बुरा भला दोए लेख पए, ज्यों ज्यों किरत चलाए त्यों चलिए। तौ गुण नाही अंत हरे, चित चेतस की नहीं बावरिया। हर बिसरत तेरे गुण गलिया रहा। जाड़ी रहना जाल दिन हुआ, जेती घड़ी फाही तेती। रस रस चोग चुगै नित फासै, छूट समूड़े कमण गुणी। काया आरण मन विच लोहा, पंच अगन तित लाग रही। कोयले पाप पड़े तिस ऊपर, मन जलिया सन्नी चिंत भई। भया मनूर कंचन फिर होवै, जे गुर मिलै तनेहा। अमृत ओ नानक देवै, तो नानक तृष्टस देहा। एक नाम अमृत ओ देवै, तो नानक तृष्टस देहा। परम सन्मान योग तन तन शब्द गुरु श्री गुरु ग्रंथ साहिब जी की पावन गोद विच जुड़ बैठी गुरु प्यारी साध संगत जीओ। सतगुरु जी की गोद विच बैठ के माता अमृत कौर तिन्हां दी अंतम अरदास विच जुड़ बैठे रिश्तेदार साख संबंधी इलाका निवासी सतगुरु जी की पावन बाणी का कीर्तन आप जी ने सत्कारयोग दो जत्थियां पासों मेरे तो पहला सरवण किया है। सतगुरु जी की गोद विच बैठ के कुछ समा गुरमत दीआं विचारां नाल सांझ पाइए। बड़े अदब नाल सारी संगत फतेह प्रवान करो। आखो जी वाहिगुरु जी का खालसा वाहिगुरु जी की फतेह। साध संगत जी, दुनिया के अंदर जदों असीं ध्यान मार के वेखदे हाँ, समाज में जदों मनुख जिंदगी जिउंदा है तो सतगुरु जी ने हर पहलू तो सानू ज्ञान देने का यतन किया है कि असी जिंदगी नूं किवें बतीत करना है। जन्म तो लैके इंसान की चढ़ाई करन तक साडी जिंदगी विच बहुत उतरा चढ़ा आउंदे ने। जदों परिवार विचों कोई जी जांदा है, जिवें कि मेरे तो पहला भाई साहब होना तुहानूं दस ही दिता है कि साडे समाज दे विच तुसीं वेखिआ है कि इहो ਜਿਹੇ भी सीन अखां नाल समाज विच लोकां ने वेखे ने, जिथे मनुख कई बारी इंज लगदा है कि परिवार दे जी तो बिना मेरी जिंदगी अधूरी है। पर जदों विपता पई तां सतगुर दी बाणी दा वाक वो बिल्कुल सच्चा हो निबड़िया भी सुख में आन बहुत मिल बैठत, रहत चहूँ दिस घेरै, बिपत परी सब ही संग छाडत, कोऊ न आवत नीरै।
ਇਨਸਾਨ ਦੀ ਪਰਖ ਦੁੱਖ ਵੇਲੇ ਹੁੰਦੀ ਹੈ, ਸੁੱਖ ਵੇਲੇ ਤਾਂ ਜਿਹਨੂੰ ਤੁਸੀਂ ਨਹੀਂ ਵੀ ਬੁਲਾਓਗੇ ਉਹ ਵੀ ਤੁਹਾਡੇ ਨਾਲ ਰਾਹ ਜਾਂਦਾ, ਗੱਲਬਾਤ ਕਰ ਲਵੇਗਾ। ਪਰ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਪਤਾ ਆਉਂਦੀ ਹੈ, ਉਦੋਂ ਦੋਸਤ ਪਰਖੇ ਜਾਂਦੇ ਨੇ, ਰਿਸ਼ਤੇਦਾਰ ਪਰਖੇ ਜਾਂਦੇ ਨੇ, ਸਾਕ ਸੰਬੰਧੀ ਜਿਨ੍ਹਾਂ ਦੀ ਉਦੋਂ ਇਮਤਿਹਾਨ ਦੀ ਘੜੀ ਹੁੰਦੀ ਕਿ ਅੱਜ ਵਿਪਤਾ ਪਈ ਹੈ, ਵੇਖੋ ਭਲਾ ਮਨੁੱਖ ਦੇ ਨਾਲ ਕੌਣ ਖਲੋਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਮੌਤ ਸ਼ਬਦ ਅਸੀਂ ਆਪਣੇ ਕੰਨਾਂ ਨਾਲ ਸੁਣਦੇ ਹਾਂ, ਸਾਡੇ ਦਿਮਾਗ ਵਿੱਚ ਇੱਕ ਪਿਕਚਰ ਬਣਦੀ ਹੈ ਵੀ ਮੌਤ ਦਾ ਅਰਥ ਹੈ ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ, ਆਪ ਹੀ ਅਸੀਂ ਲੱਕੜਾਂ ਦੇ ਢੇਰ 'ਤੇ ਰੱਖ ਕੇ ਉਹਨੂੰ ਅੱਗ ਲਾ ਦਿੱਤੀ, ਇਹਨੂੰ ਅਸੀਂ ਮੌਤ ਦਾ ਨਾਂ ਦਿੰਦੇ ਵੀ ਬੰਦਾ ਚੜ੍ਹਾਈ ਕਰ ਗਿਆ, ਬੰਦਾ ਦੁਨੀਆ ਤੋਂ ਚਲਾ ਗਿਆ। ਪਰ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਤੋਂ ਇਲਾਵਾ ਵੀ 2 ਪ੍ਰਕਾਰ ਦੀ ਮੌਤ ਦਾ ਜ਼ਿਕਰ ਕੀਤਾ ਹੈ, ਜਿਹੜਾ ਆਪਾਂ ਰੋਜ਼ਾਨਾ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ। ਆਖਾਂ ਜੀਵਾਂ, ਸਾਰੇ ਬੋਲੋ, ਆਖਾਂ ਜੀਵਾਂ। ਉਹ ਕਿਹੜੀ ਮੌਤ ਹੈ ਜਿਸ ਮੌਤ ਦਾ ਸਤਿਗੁਰੂ ਜੀ ਇੱਥੇ ਜ਼ਿਕਰ ਕਰ ਰਹੇ ਨੇ ਵੀ ਜੇ ਮੈਂ ਆਖਦਾ ਤੇ ਜਿਉਂਦਾ ਹਾਂ, ਵਿਸਰਦਾ ਤੇ ਮਰ ਜਾਂਦਾ ਹਾਂ। ਦੁਨੀਆ ਅੰਦਰ ਤਾਂ ਬਹੁਤ ਲੋਕ ਨੇ ਜਿਨ੍ਹਾਂ ਨੂੰ ਰੱਬ ਭੁੱਲੇ, ਕਿ ਵਾਕਿਆ ਹੀ ਉਹ ਮਰ ਗਏ ਨੇ। ਸਤਿਗੁਰ ਨੇ ਬਾਣੀ ਵਿੱਚ ਯਾਦ ਰੱਖਣਾ, ਜਿਹੜੀ ਫਿਜ਼ੀਕਲ ਮੌਤ ਹੈ, ਸਰੀਰਕ ਮੌਤ ਹੈ, ਇੱਕੇ ਵਾਰ ਜਨਮ ਹੋਇਆ ਤੇ ਇੱਕੇ ਵਾਰ ਮਰਨਾ ਹੈ। ਇੱਕੇ ਵਾਰ ਜਨਮ ਹੋਇਆ, ਇੱਕ ਸਮਾਂ ਆਉਣਾ ਹੈ, ਸਾਡੇ ਰਿਸ਼ਤੇਦਾਰ ਸਾਕ ਸੰਬੰਧੀਆਂ ਨੇ ਆਪੇ ਹੀ ਸਾਨੂੰ ਚਿਖਾ ਚਿਣ ਕੇ ਉਹਦੇ ਵਿੱਚ ਰੱਖ ਦੇਣਾ ਹੈ। ਪਰ ਜਿਹੜੀ ਮੌਤ ਜ਼ਮੀਰ ਦੀ ਹੈ, ਉਹ ਇੱਕ ਦਿਨ ਵਿੱਚ ਪਤਾ ਨਹੀਂ ਬੰਦਾ ਕਿੰਨੀ ਵਾਰ ਜੰਮਦਾ ਤੇ ਕਿੰਨੀ ਵਾਰ ਮਰਦਾ ਹੈ। ਉਸ ਮੌਤ ਤੋਂ ਮਨੁੱਖ ਆਪਣੇ ਆਪ ਨੂੰ ਬਚਾ ਸਕਦਾ ਹੈ। ਬਾਣੀ ਦਾ ਵਾਕ ਹੈ, ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਕਿੱਦਾਂ ਮਰਦਾ? ਪਰ ਧਨ, ਤੁਸੀਂ ਵੇਖੋ ਮਨੁੱਖ ਪਰਾਇਆ ਧਨ ਵੇਖ ਕੇ ਹੌਕਾ ਨਿਕਲਦਾ, ਹਾਏ ਉਹਦੇ ਕੋਲ ਜ਼ਿਆਦਾ, ਮੇਰੇ ਕੋਲ ਘੱਟ। ਹੁਣ ਸਰੀਰ ਦੀ ਮੌਤ ਨਹੀਂ ਹੋਈ, ਪਰ ਅੰਦਰੋਂ ਕਿਸੇ ਦੀ ਚੀਜ਼ ਵੇਖ ਕੇ ਆਪਾਂ ਆਮ ਹੀ ਬੋਲਦੇ ਨੇ, ਫਲਾਣਾ ਬੰਦਾ ਤਾਂ ਫਲਾਣੀ ਦੀ ਤਰੱਕੀ ਵੇਖ ਕੇ ਮਰ ਹੀ ਗਿਆ। ਉੱਥੇ ਮਰਨ ਦਾ ਅਰਥ ਕੀ? ਉਹਨੂੰ ਉਹਦੇ ਕਾਰੋਬਾਰ, ਉਹਦੀ ਤਰੱਕੀ ਚੰਗੀ ਨਹੀਂ ਲੱਗੀ। ਇਹ ਹੈ ਕਿਸੇ ਦਾ ਧਨ ਵੇਖ ਕੇ ਮਰ ਜਾਣਾ, ਕਿਸੇ ਦਾ ਤਨ ਵੇਖ ਕੇ ਮਰ ਜਾਣਾ। ਪਰ ਧਨ ਪਰ ਤਨ ਪਰਤੀ ਨਿੰਦਾ, ਕੋਈ ਕਿਸੇ ਦਾ ਧਨ ਵੇਖ ਕੇ ਮਰ ਰਿਹਾ ਹੈ, ਕੋਈ ਕਿਸੇ ਦਾ ਤਨ ਵੇਖ ਕੇ ਮਰ ਰਿਹਾ ਹੈ, ਕੋਈ ਨਿੰਦਿਆ ਕਰਕੇ ਮਰ ਰਿਹਾ ਹੈ। ਕਹਿੰਦੇ ਆਵਾ ਗਮਨ ਹੋਤ ਹੈ ਫੁਨ ਫੁਨ। ਇੱਕ ਦਿਨ ਵਿੱਚ ਪਤਾ ਨਹੀਂ ਮਨੁੱਖੀ ਮਨ ਕਿੰਨੀ ਵਾਰ ਜੰਮਦਾ ਹੈ ਤੇ ਕਿੰਨੀ ਵਾਰ ਮਰਦਾ ਹੈ। ਅਰਦਾਸ ਮੈਂ ਆਪਣੀ ਕਰਨੀ ਹੈ ਵੀ ਮਹਾਰਾਜ ਮੈਨੂੰ ਇਸ ਆਵਾਗਮਨ ਵਿੱਚੋਂ ਬਾਹਰ ਕੱਢੋ, ਤੁਸੀਂ ਆਪਣੀ ਕਰਨੀ ਹੈ। ਜਿਵੇਂ ਜਿਉਂਦੇ ਜੀ ਸਟੂਡੈਂਟ ਸਕੂਲ ਵਿੱਚ ਪੜ੍ਹਦਾ ਹੈ, ਐਗਜ਼ਾਮ ਦਿੰਦਾ ਹੈ, ਆਪਾਂ ਟੀਚਰ ਨੂੰ ਜਿਉਂਦੇ ਜੀ ਕਹਿੰਦੇ ਆ ਕਿ ਭਾਈ ਇਹਨੂੰ ਪੜ੍ਹਾ, ਇਹ ਚੰਗੇ ਨੰਬਰ ਲੈ ਕੇ ਪਾਸ ਹੋਏ, ਕਿਤੇ ਇਹਨੂੰ ਡਿਗਰੀ ਮਿਲੇਗੀ, ਕਿਤੇ ਚੰਗੀ ਮਹਿਕਮੇ ਵਿੱਚ ਨੌਕਰੀ ਮਿਲ ਜਾਏਗੀ। ਸਤਿਗੁਰ ਦੀ ਬਾਣੀ ਵੀ ਸਾਨੂੰ ਜਨਮ ਤੋਂ ਲੈ ਕੇ ਚੜ੍ਹਾਈ ਕਰਨ ਤੱਕ ਉਪਦੇਸ਼ ਬਖਸ਼ਿਸ਼ ਕਰਦੀ ਹੈ, ਤੂੰ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ। ਸਮਾਜ ਵਿੱਚ ਉਤਰਾਅ ਵੀ ਆਉਣੇ ਨੇ, ਚੜ੍ਹਾਅ ਵੀ ਆਉਣੇ ਨੇ, ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਆਉਣੀਆਂ ਨੇ, ਅਤੇ ਯਾਦ ਰੱਖਣਾ ਹਰ ਸਮੱਸਿਆ ਵਿੱਚ ਮਨੁੱਖ ਨੇ ਨਜਿੱਠਣਾ ਕਿਵੇਂ ਹੈ, ਇਹ ਸਤਿਗੁਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ। ਅਤੇ ਨਾਲੇ ਪਿਆਰਿਓ, ਘਰ ਵਿੱਚੋਂ ਮਾਂ ਚਲੀ ਜਾਏ, ਮਾਂ ਸ਼ਬਦ ਇੱਕ ਇੱਦਾਂ ਦਾ ਹੈ, ਜਿਹੜੇ ਪਰਿਵਾਰਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਉਸ ਸ਼ਬਦ ਦਾ ਮਹੱਤਵ ਪਤਾ ਹੈ, ਉਹਦੀ ਕਦਰ ਪਤਾ ਹੈ। ਜਿਹੜੇ ਮਾਂ ਨਾਲ ਬੈਠ ਕੇ ਗੱਲਾਂ ਕਰਦੇ ਨੇ, ਜਿਹੜੇ ਪਿਤਾ ਨਾਲ ਬੈਠ ਕੇ ਗੱਲਾਂ ਕਰਦੇ ਨੇ। ਸਭ ਤੋਂ ਵੱਡਾ ਅੱਜ ਡਿਪਰੈਸ਼ਨ ਨਾਂ ਦੀਆਂ ਬਿਮਾਰੀਆਂ ਕਿੱਥੋਂ ਆਈਆਂ? ਜਿੱਥੇ ਮਨੁੱਖ ਇਕੱਲਾ ਪੈ ਗਿਆ। ਅਸੀਂ ਕਈ ਵਾਰੀ ਸੁੱਖ ਦੇ ਅਰਥ ਲੈਂਦੇ ਹਾਂ ਵੀ ਚੰਗਾ ਘਰ ਹੋਵੇ, ਗੱਡੀਆਂ ਹੋਣ, ਇਹ ਸੁੱਖ ਹੈ। ਨਹੀਂ ਨਹੀਂ, ਸੁੱਖ ਦੀ ਜੇ ਤੁਸੀਂ ਅਸਲੀ ਡੈਫੀਨੇਸ਼ਨ ਵੇਖੋਗੇ, ਜਿੱਥੇ 4 ਜੀ ਬੈਠ ਕੇ ਗੱਲਾਂ ਕਰਦੇ ਨੇ, ਕੋਈ ਇੱਕ ਸਮਾਂ ਹੁੰਦਾ ਹੈ ਜਦੋਂ ਬਜ਼ੁਰਗਾਂ ਨੂੰ ਸਾਡੇ ਕੋਲੋਂ ਕੁਝ ਨਹੀਂ ਚਾਹੀਦਾ, ਪਰ ਇੰਨੀ ਕੁ ਉਮੀਦ ਰੱਖਦੇ ਨੇ ਕੋਈ ਸਵੇਰੇ ਉੱਠ ਕੇ ਸਾਨੂੰ ਪੁੱਛਣ ਵਾਲਾ ਹੋਵੇ, ਬਾਪੂ ਜੀ ਠੀਕ ਜੇ, ਮਾਤਾ ਜੀ ਤੁਸੀਂ ਠੀਕ ਜੇ। ਅਤੇ ਮੈਂ ਸਮਝਦਾ ਉਹਨਾਂ ਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਨਹੀਂ, ਇੰਨੀ ਮਨ 'ਚ ਹੈ ਵੀ ਸਾਨੂੰ ਕੋਈ ਪੁੱਛਣ ਵਾਲਾ ਤਾਂ ਹੈ, ਸਾਡੇ ਨਾਲ ਗੱਲਾਂ ਕਰਨ ਵਾਲਾ ਤਾਂ ਕੋਈ ਹੈ। ਇਹ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਹੈ। ਅੱਜ ਸਮਾਜ ਵਿੱਚ ਮਨੁੱਖ ਅਪਸੈਟ ਹੋਵੇ ਨਾ, ਇੱਕ ਵਾਰ ਬਿਰਧ ਆਸ਼ਰਮ ਦੇ ਚੱਕਰ ਲਾਓ, ਉੱਥੇ ਸਮਝ ਆ ਜਾਂਦੀ ਬੰਦੇ ਨੂੰ ਵੀ 2-2 ਪੁੱਤਰ, 3-3 ਪੁੱਤਰ, 4-4, 5-5 ਪੁੱਤਰਾਂ ਦੀਆਂ ਮਾਵਾਂ
ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਪਿਤਾ, ਉਹਨਾਂ ਦੇ ਦਾਦੇ ਪੜਦਾਦੇ ਬਿਰਧ ਆਸ਼ਰਮਾਂ ਦੇ ਵਿੱਚ ਰਾਤਾਂ ਕੱਟ ਰਹੇ ਨੇ। ਐਸਾ ਨਹੀਂ ਵੀ ਔਲਾਦ ਨਹੀਂ ਹੈ। ਸਭ ਤੋਂ ਵੱਡਾ ਸੁੱਖ ਹੈ ਜਿੱਥੇ ਮਾਂ ਵਿੱਚ ਬੈਠੀ ਹੈ, ਬਾਪ ਵਿੱਚ ਬੈਠਾ ਹੈ। ਇਹ ਕਲਚਰ ਹੈ ਸਾਡਾ ਬੜਾ ਵੱਡਾ। ਗੋਰਿਆਂ ਕੋਲੇ ਕਲਚਰ ਹੈ ਨਹੀਂ। ਉੱਥੇ ਪੁੱਤਰ ਕਿਤੇ, ਉੱਥੇ ਤਾਂ ਇੱਕ ਗੋਰੀ ਦੀ ਡੈਥ ਹੋ ਗਈ ਤਾਂ ਗਵਾਂਢੀਆਂ ਨੇ ਕਿਹਾ ਇੱਥੇ ਸਮੈਲ ਆ ਰਹੀ ਹੈ ਜੀ। ਬਾਅਦ ਵਿੱਚ ਪਤਾ ਲੱਗਾ 15 ਦਿਨ ਹੋ ਗਏ ਸਨ ਉਹਦੀ ਡੈਥ ਹੋਈ ਨੂੰ। ਅਸੀਂ ਤਾਂ ਭਾਗਾਂ ਵਾਲੇ ਹਾਂ ਜਦੋਂ ਤੁਸੀਂ ਕਿਸੇ ਦੂਜੇ ਮੱਤ ਦੇ ਬੰਦੇ ਨੂੰ ਦੱਸਦੇ ਹੋ। ਇਹ ਸਾਡਾ ਪੰਜਾਬੀਆਂ ਦਾ ਕਲਚਰ ਹੈ, ਜਿੱਥੇ ਮਾਂ ਵੀ ਵਿੱਚ ਬੈਠੀ ਹੈ, ਜਿੱਥੇ ਦਾਦੀ ਵੀ। ਕਿੱਡੀ ਵੱਡੀ ਗੱਲ ਹੈ ਜਿੱਥੇ ਦਾਦੀ ਬੈਠੀ ਹੈ ਪੋਤਰਿਆਂ ਦੇ ਵਿੱਚ। ਨਹੀਂ ਤਾਂ ਸਮਾਜ ਵਿੱਚ ਬਹੁਤੇ ਬੱਚੇ ਵੀ ਆਪਣੇ ਮਾਂ ਬਾਪ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹਨ। ਜਿਹਨੂੰ ਅਸੀਂ ਤਰੱਕੀ ਕਹਿੰਦੇ ਹਾਂ ਨਾ ਸਾਧ ਸੰਗਤ, ਵੀ ਘਰ ਪੱਕੇ ਹੋ ਗਏ ਨੇ, ਰਿਸ਼ਤੇ ਕੱਚੇ ਹੋ ਗਏ ਨੇ। ਐਵੇਂ ਥੋੜ੍ਹਾ ਸਤਿਗੁਰ ਨੇ ਬਾਣੀ 'ਚ ਆਖਿਆ ਸੀ, ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ। ਹੇ ਨਾਨਕ, ਦੁਨੀਆ ਕਿੱਦਾਂ ਦੀ ਹੋ ਗਈ, ਕੋਈ ਅਸਲੀ ਮਿੱਤਰ ਦਿਸਦਾ ਨਹੀਂ ਜਿਹੜਾ ਮੁਸੀਬਤ ਵੇਲੇ, ਦੁੱਖ ਵੇਲੇ ਤੁਹਾਡੇ ਨਾਲ ਆਣ ਕੇ ਖਲੋਤਾ ਹੋਵੇ। ਤੋ ਕਿੰਨੇ ਪਿਆਰੇ ਬਚਨ, ਕਿੰਨੀਆਂ ਪਿਆਰੀਆਂ ਵਿਚਾਰਾਂ ਸਾਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀਆਂ ਨੇ ਕਿ ਜ਼ਿੰਦਗੀ 'ਚ ਦੁੱਖ ਆਉਣਗੇ, ਤਕਲੀਫਾਂ ਆਉਣਗੀਆਂ, ਹਰ ਸਮੱਸਿਆ ਵਿੱਚ ਸਤਿਗੁਰ ਦੀ ਬਾਣੀ ਸਾਡੀ ਜ਼ਿੰਦਗੀ ਦੀ ਅਗਵਾਈ ਕਰਦੀ ਹੈ ਕਿ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ। ਜ਼ਿੰਦਗੀ ਦੇ ਵਿੱਚ ਹਾਸੇ ਖੇਡੇ। ਐਵੇਂ ਥੋੜ੍ਹਾ ਸਤਿਗੁਰ ਨੇ ਆਖਿਆ ਸੀ ਖਾਣਾ ਪੀਣਾ, ਹੱਸਣਾ, ਸੌਣਾ। ਇਹ ਜ਼ਿੰਦਗੀ ਦੇ 4 ਕੰਮ ਮੇਨ ਮੰਨੇ ਗਏ ਨੇ: ਖਾਣਾ ਪੀਣਾ, ਹੱਸਣਾ, ਸੌਣਾ। ਅਗਲਾ ਸ਼ਬਦ ਹੈ ਵਿਸਰ ਗਿਆ। ਜੇ ਖਾਂਦਿਆਂ ਪੀਂਦਿਆਂ ਸੌਂਦਿਆਂ ਤੇ ਹੱਸਦਿਆਂ ਤੈਨੂੰ ਵਿਸਰ ਗਿਆ, ਭੁੱਲ ਗਿਆ ਹੈ ਮਰਨਾ, ਫਿਰ ਆਤਮਿਕ ਤੌਰ 'ਤੇ ਤੇਰੀ ਮੌਤ ਅਵਸ਼ ਹੈ। ਹੁਣ ਭਗਤ ਕਬੀਰ ਜੀ ਦੇ ਬਚਨ ਪੜ੍ਹੀਏ ਤੇ ਸਤਿਕਾਰਯੋਗ ਭਗਤ ਕਬੀਰ ਜੀ ਆਪਣੇ ਸ਼ਲੋਕਾਂ ਵਿੱਚ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਧਿਆਨ ਨਾਲ ਸੁਣਿਓ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਕਿਹੜੀ ਮੌਤ ਹੈ ਜਿਸ ਮੌਤ ਤੋਂ ਜਗਤ ਡਰਦਾ ਹੈ? ਤੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਤੇ ਚਾਅ ਚੜਿਆ ਪਿਆ। ਕੀ ਉੱਥੇ ਫਿਜ਼ੀਕਲ ਮੌਤ ਦੀ ਗੱਲ ਹੋ ਰਹੀ ਹੈ, ਸਰੀਰਕ ਮੌਤ ਦੀ ਗੱਲ ਹੋ ਰਹੀ ਹੈ? ਜੇ ਤਾਂ ਸਰੀਰਕ ਮੌਤ ਦੀ ਗੱਲ ਹੋ ਰਹੀ ਹੈ ਤੇ ਕੀ ਸਾਨੂੰ ਗੁਰਮਤਿ ਆਤਮ ਹੱਤਿਆ ਕਰਨ ਲਈ ਪ੍ਰੇਰਨਾ ਦੇ ਰਹੀ ਹੈ ਵੀ ਭਾਈ ਤੁਸੀਂ ਡਰਦੇ ਪਏ ਹੋ, ਮੈਨੂੰ ਤਾਂ ਚਾਅ ਚੜਿਆ ਪਿਆ ਮਰਨ ਦਾ? ਨਹੀਂ, ਇੱਥੇ ਗੱਲ ਸਰੀਰਕ ਮੌਤ ਦੀ ਨਹੀਂ ਹੋ ਰਹੀ। ਤੁਸੀਂ ਅਗਲਾ ਬਚਨ ਪੜ੍ਹੋਗੇ, ਕਿਉਂਕਿ ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰੂ ਦੀ ਬਾਣੀ ਤੁਹਾਨੂੰ ਗੁਰੂ ਦੀ ਬਾਣੀ ਵਿੱਚੋਂ ਸਮਝਣੀ ਪਵੇਗੀ। ਉੱਥੇ ਸ਼ਲੋਕ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਹੁਣ ਜੇ ਤਾਂ ਸਰੀਰਕ ਮੌਤ ਦੀ ਗੱਲ ਹੈ, ਇਹਦਾ ਅਰਥ ਪਰਮ ਆਨੰਦ ਮਰਨ ਤੋਂ ਬਾਅਦ ਪ੍ਰਾਪਤ ਹੋਣਾ ਹੈ, ਬੱਚਿਆਂ 'ਚ ਨਹੀਂ ਹੋਣਾ। ਪਰਿਵਾਰ 'ਚ ਬੈਠਿਆਂ ਤੇ ਪਰਮ ਆਨੰਦ ਪ੍ਰਾਪਤ ਹੋਣਾ ਹੀ ਨਹੀਂ। ਫਿਰ ਬਾਣੀ ਤਾਂ ਸਾਨੂੰ ਇਹ ਕਹਿੰਦੀ ਵੀ ਤੂੰ ਦਵਾ ਦਵ ਦੁਨੀਆ ਤੋਂ ਚਲਾ ਜਾ ਤੇ ਅੱਗੇ ਜਾ ਕੇ ਤੈਨੂੰ ਪਰਮ ਆਨੰਦ ਪ੍ਰਾਪਤ ਹੋਣਾ। ਇੱਕ ਬੰਨੇ ਆਪਾਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰ ਦੀ ਬਾਣੀ ਕਹਿੰਦੀ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ, ਵੀ ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਤੂੰ ਵਿੱਚੇ ਮੁਕਤ ਹੋਣਾ। ਤਾਂ ਫਿਰ ਇਹਦਾ ਅਰਥ ਕੀ ਹੋਇਆ? ਇਹਦਾ ਅਰਥ ਹੈ ਜਿਸ ਮਰਨੇ ਤੇ ਜਗ ਡਰੇ ਦਾ ਅਰਥ ਹੈ ਦੁਨੀਆ ਦੇ ਲੋਕ ਜਿਸ ਜ਼ਿੰਦਗੀ ਨੂੰ ਜੂ ਰਹੇ ਨੇ, ਮਨੁੱਖ ਆਪਣੀ ਜ਼ਿੰਦਗੀ ਵਿੱਚੋਂ ਬੁਰਾਈ ਵੱਲੋਂ ਮਰਨਾ ਨਹੀਂ ਚਾਹੁੰਦਾ। ਜਿਹੜਾ ਬੰਦਾ ਬੁਰੇ ਕੰਮ ਕਰਦਾ ਹੈ, ਰਿਸ਼ਵਤ ਲੈਂਦਾ ਹੈ, ਠੱਗੀ ਮਾਰਦਾ ਹੈ, ਤੁਸੀਂ ਕਿਸੇ ਕਰਪਟ ਬੰਦੇ ਨੂੰ, ਬੇਈਮਾਨੀ ਕਰਨ ਵਾਲੇ ਬੰਦੇ ਨੂੰ, ਰਿਸ਼ਵਤ ਲੈਣ ਵਾਲੇ ਬੰਦੇ ਨੂੰ ਇਹ ਕਹੋ ਛੱਡ ਕੇ ਵੇਖ, ਉਹ ਰਿਸ਼ਵਤ ਵਾਲੇ ਬੰਨਿਓ ਮਰਨਾ ਨਹੀਂ ਚਾਹੁੰਦਾ, ਬੇਈਮਾਨੀ ਵਾਲੇ ਬੰਨਿਓ ਮਰਨਾ ਨਹੀਂ ਚਾਹੁੰਦਾ। ਜਿਹੜਾ ਬੰਦਾ ਜਿਸ ਦਲਦਲ 'ਚ ਫਸਿਆ, ਤੁਸੀਂ ਉਹਨੂੰ ਉਹਦੇ ਵਿੱਚੋਂ ਬਾਹਰ ਕੱਢਣ ਲਈ ਕਹਿ ਕੇ ਤਾਂ ਵੇਖੋ ਇੱਕ ਵਾਰ, ਉਹ ਤੁਹਾਡੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਕਿਉਂਕਿ ਜਿਹੜਾ ਬੰਦਾ ਜਿੱਥੇ ਜੁੜਿਆ ਉਹ ਮਨੁੱਖ ਉਸ ਬੁਰਾਈ ਨਾਲੋਂ ਆਪਣਾ ਨਾਤਾ ਤੋੜਨ ਲਈ ਤਿਆਰ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਜਗਤ ਡਰਦਾ ਹੈ। ਜੇ ਮੈਂ ਠੱਗੀ ਨਾ ਮਾਰੀ ਪਰਿਵਾਰ ਨਹੀਂ ਪਾਲਣਾ, ਜੇ ਮੈਂ ਬੇਈਮਾਨੀ ਨਾ ਕੀਤੀ ਤੇ ਪਰਿਵਾਰ ਨਹੀਂ ਪਾਲਣਾ, ਜੇ ਮੈਂ ਇੱਧਰ ਉੱਧਰ ਹੱਥ ਨਹੀਂ ਮਾਰਿਆ ਤਾਂ ਪਰਿਵਾਰ ਨਹੀਂ ਪਾਲਣਾ। ਦੁਨੀਆ ਦਾ ਮਨੁੱਖ ਜਗਤ ਡਰ ਰਿਹਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਚਾਅ ਚੜਿਆ ਪਿਆ, ਮੈਂ ਤਾਂ ਚਾਅ 'ਚ ਹਾਂ, ਮੈਂ ਤਾਂ ਹੁਣ ਉਸ ਮੌਤ ਵਾਲੇ ਬੰਦੇ ਤੁਰ ਪਿਆ। ਕਬੀਰ ਜਿਸ ਮਰਨੇ ਤੇ ਜਗ ਡਰੇ। ਹੁਣ ਜਗਤ ਕਿਹੜੀ ਮੌਤ ਤੋਂ ਡਰਦਾ ਭਲਾ? ਜਗਤ ਡਰਦਾ ਹੈ ਜਿਹੜੀ ਮੈਂ ਜ਼ਿੰਦਗੀ ਜੂ ਰਿਹਾ, ਕੋਈ ਮੈਨੂੰ ਮੇਰੀ ਜ਼ਿੰਦਗੀ ਜੂਣ ਵਿੱਚ ਨੁਕਸ ਨਾ ਕੱਢੇ। ਤੁਸੀਂ ਆਪਣੇ ਬੱਚੇ 'ਚ ਕੱਢ ਕੇ ਵੇਖੋ, ਪੁੱਤਰ ਤੂੰ ਇੰਨੇ ਵਜੇ ਆਇਆ, ਇੰਨੇ ਵਜੇ ਕਿਉਂ ਆਉਣਾ? ਤੇ ਟਾਵਾਂ ਬੱਚਾ ਹੈ ਜਿਹੜਾ ਮਾਂ ਬਾਪ ਨੂੰ ਕਹਿੰਦਾ ਠੀਕ ਹੈ ਜੀ ਤੁਹਾਡੀ ਆਗਿਆ ਦਾ ਪਾਲਣਾ ਕਰਾਂਗਾ, ਨਹੀਂ ਤਾਂ ਬੱਚਾ ਵੀ ਕਹਿੰਦਾ ਜੀ
मैं अपनी जिंदगी का खुद मालक हाँ, मैं किहड़ा दोस्त बनाना है, मैं किन्ने वजे आना है, किन्ने वजे जाना है, तुहानू इहदे विच दखल देण दा कोई अधिकार नहीं है। वो भागां वाले परिवार ने, वो भागां वाले बच्चे ने जिहड़े माँ बाप दे नाल एक सुर बना के, एक रह बना के एक मकान की छत थले रहिंदे ने। नहीं तो कई बारी अपने परिवार दे बच्चे बच्चियां भी साडी गल मनण तो इनकारी हो जाते हैं। तो इत्थे शब्द किहड़ा प्यारा वरतिया गुरुदेव जी ने, कहणगे जिस मरने ते जग डरै, जेड़ा जगत बुरियां कम्मां वाले बन्निओ मरना नहीं चाहुंदा, मेरे मन आनंद, मैनूं तो चाह चढ़िया पिया, मरने ही ते पाई है। जदों तक बंदा बुराई वल्लों मरदा नहीं, उहनूं परम अवस्था उच्चा आनंद खेड़ा प्राप्त नहीं हो सकता। प्यारिओ जिहड़ी सुख की डेफिनेशन है बाणी च बहुत प्यारी दिती है गुरुदेव ने, किदां जिंदगी नूं जीना है, किदां अपनी जिंदगी च मुश्किलां आईयां उन्हां दा डट के मुकाबला करना है। नाले असीं तां भागां वाले हां, सानूं एडा महान सतगुरु एडा वड्डा खजाना बाणी दा बख्शिश कीता है। जन्म वेले की करना है, प्राणी दे चढ़ाई करन वेले की करना है, घर च साडे विआह आनंद कारज होवे, अकाल तख्त वल्लों प्रवानित सिख रहत मर्यादा विच 4 संस्कारां दा जिक्र है। 2 संस्कार ऐसे ने जिहड़े इंसान दी होश विच आउंदे ने, वो किहड़े किहड़े ने? एक संस्कार है अमृत संस्कार, जिहड़ा बंदे दी होश विच आउंदा है। दूजा संस्कार है जिहड़ा आनंद संस्कार, जदों बंदे दा आनंद कारज हुंदा, वो भी बंदे दी होश विच आउंदा है। पर 2 संस्कार ऐसे ने जिहड़े बंदे दी होश विच नहीं आउंदे। वो किहड़े किहड़े ने? वो है एक जन्म संस्कार, बच्चे का जन्म होया उदों किहड़ी मर्यादा निभाई जानी है बच्चे नूं नहीं पता, उहदे परिवारक मैंबरां नूं पता है, माँ नूं पता है, दादी नूं पता है, दादे नूं पता है, भैण भरावां नूं पता है, बच्चे नूं कुछ नहीं पता। जो परिवार को होएगा बच्चे की वो मर्यादा निभाई जाएगी। तो दूजा है मृतक संस्कार, जो प्राणी चढ़ाई कर गया, सारी जिंदगी मनुख ने गुरमत मुताबक जीवन बतीत किया होवे, पर जदों चढ़ाई करेगा मर्यादा परिवार वाले वो निभाउणगे जो परिवार वाले मर्यादा मनते हैं। ये समाज में ऐसा होंदा है क्योंकि प्राणी चला गया, हुण उहनूं पता कख नहीं, उहदे तो बाद मर्यादा निभाई जानी है जो परिवारक मैंबर चाहुंदे होणगे। तो ये 2 संस्कार ऐसे ने जिहड़े बंदे दी होश विच नहीं हुंदे। तो सतगुरु जी ने सानूं सौखा राह दिता। वेखो मौत हर मजहब विच है, जिन्ने भी दुनिया ते मजहब ने मौत हर एक विच है। तो शरीर नूं लेखे लाउण दे दुनिया अंदर हर मजहब के अलग अलग तरीके ने। कोई दफनाउंदा है, जिन्हां च क्रिश्चन लोग ने गोरे, तो जिन्हां च इस्लाम नूं मनण वाले साडे मुसलमान भरा ने, वो मुर्दे नूं साड़दे नहीं, वो मुर्दे नूं जमीन विच नप दिंदे ने। खलो उन्हां दी भी अपनी मनौत है, उन्हां दा मनना है भी एक क्यामत दा दिन आउणा है। जदों क्यामत दा दिन आउणा है तो हजरत साहब ने कबरां चों मुर्दियां नूं बाहर कढ के जिन्हां दे चंगे कर्म होए उन्हां नूं बिस्त मिलना है, जिन्हां दे कर्म माड़े होए उन्हां नूं दोजक मिलना है। गुरु नानक साहब ने यह गल डंके की चोट ते कही, मिट्टी मुसलमान की पेड़े पई घुमियार, घड़ भांडे इट्टां कीआं जल्दी करे पुकार भी भलिओ। जिहड़ा तुसीं अज मुर्दा अग विच नहीं साड़िया, सदियां बाद पता नहीं जिथे अज पट्ठे लगे हुए ने कदी इत्थे कब्रस्तान होवे, क्योंकि वो मिट्टी चीकनी हुंदी है। कहंदे अज ते तुसीं अग तो बचा लिया, पर समा पा के ओहो ही मिट्टी अग विच फिर सड़नी है। एक दब्बै, एक दबदे ने, एक दज्जे, एक साड़दे ने। साड़न वालियां च कौन कौन आ? हिंदू भरा ने साडे, आपां भी आ। आपां मुर्दे नूं पहल दे आधार ते अगन भेंट करदे आ। लगदी वाह जे ना होवे ते किते जल प्रवाह भी कीता जांदा है, पर पहल दे आधार ते आपां हमेशा अगन भेंट करदे आ। एक दब्बै, एक दज्जे, एक ना कुत्ते खाहें। एक समाज विच इदां दा फिरका भी हैगा है जिहड़ा मुर्दे नूं कुत्तियां नूं पा दिंदा है, ना वो साड़दे ने ते ना वो पानी विच रोड़दे ने। ते तीजा चौथा आ गया हस्सण पाए। हस्सण कहंदे ने खूह दे उत्ते ना इदां लोहे दा जंगला बना के डैड बॉडी नूं उपर रख दिंदे ने, पंछी मांस खा जांदे ने, हड्डियां खूह दे विच डिग पैंदियां। ये पारसी लोग ने, इस देश विच पारसी लोग इस तरह करते हैं। एक दब्बै, एक दज्जै, एक ना कुत्ते खाहें, एक पानी विच उसटियां, एक भीफर हस्सण पाहें। नानक एम ना जापई, पातशाह कहंदे कित्थे जाए समाहे। ये शरीर नूं लेखे लाउण दे तरीके सी। सानूं सौखा राह दिता। प्राणी दा जदों आपां अंगीठा चिणदे आ, अगन भेंट करदे आ, जदों अग ठंडी हो जाए तो सारी राख नूं इकट्ठी करके जिथे तेज पानी वहिंदा उत्थे जाके तुसीं जल प्रवाह कर दिओ। तां नाले
ਤੁਹਾਡੇ ਤਾਂ ਇੱਥੇ ਬਹੁਤ ਵਧੀਆ ਸਿਸਟਮ ਚੱਲਦਾ ਹੈ ਕਿ ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਓਨੇ ਦਿਨ ਸਮਾਗਮ ਰੱਖਦੇ ਹੋ, ਕੀਰਤਨ ਹੁੰਦਾ ਹੈ, ਪਾਠ ਵਿਚਾਰਾਂ ਹੁੰਦੀਆਂ ਨੇ। ਇਹ ਬੜੀ ਵਧੀਆ ਇੱਕ ਰੀਤ ਹੈ ਕਿ ਇਹਦੇ ਨਾਲ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ। ਇਹਦੇ ਨਾਲ ਸਾਡਾ ਜੇ ਮੰਨ ਲਓ ਜੇ ਕਿਤੇ ਕੋਈ ਜਵਾਨ ਪਰਿਵਾਰ ਦਾ ਜੀ ਗਿਆ ਹੋਵੇ, ਉਦੋਂ ਮਨ ਡੋਲਿਆ ਹੁੰਦਾ ਹੈ। ਰਿਸ਼ਤੇਦਾਰ, ਸਾਕ ਸੰਬੰਧੀ ਜਿੰਨੇ ਮਰਜ਼ੀ ਆ ਜਾਣ, ਪਰ ਜਿਹੜਾ ਹੌਸਲਾ ਸਤਿਗੁਰ ਦੀ ਬਾਣੀ 'ਚੋਂ ਮਿਲਣਾ ਹੈ ਉਹ ਹੌਸਲਾ ਸਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ। ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਭਨ। ਜਿਵੇਂ ਇੱਕ ਇਮਾਰਤ ਨੂੰ ਖੜਾ ਕਰਨ ਵਾਸਤੇ ਥੱਲੇ ਪਿੱਲਰ ਦਿੱਤੇ ਜਾਂਦੇ ਨੇ, ਜਦੋਂ ਮਨ ਡੋਲਦਾ ਹੈ, ਸਭ ਤੋਂ ਵੱਡਾ ਪਿੱਲਰ ਹੈ ਸਾਡੇ ਸਤਿਗੁਰ ਦਾ ਉਪਦੇਸ਼, ਸਾਡੇ ਸਤਿਗੁਰ ਦੀ ਬਾਣੀ, ਜਿਹੜੀ ਸਾਡੀ ਜ਼ਿੰਦਗੀ ਦੀ ਅਗਵਾਈ ਕਰਦੀ ਹੈ ਵੀ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ, ਕਿੱਦਾਂ ਜ਼ਿੰਦਗੀ ਦੇ ਇਸ ਮਹੱਤਵ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਅਤੇ ਮੈਂ ਪਹਿਲਾਂ ਹੀ ਆਰੰਭ ਵਿੱਚ ਬੇਨਤੀ ਕੀਤੀ ਹੈ, ਭਾਗਾਂ ਵਾਲੇ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਨਹੀਂ ਤਾਂ ਸਮਾਜ ਵਿੱਚ ਅੱਜ ਤੁਸੀਂ ਦੁਨੀਆ ਦੀ ਹਾਲਤ ਵੇਖ ਲਓ, ਅਸੀਂ ਮਗਰੋਂ ਰੋਂਦੇ ਹਾਂ, ਸਾਡੇ ਅੱਖਾਂ ਵਿੱਚ ਹੰਝੂ ਵੀ ਹੁੰਦੇ ਨੇ, ਪਰ ਅਸੀਂ ਜਿਉਂਦੇ ਜੀ ਕਈ ਵਾਰੀ ਰਿਸ਼ਤਿਆਂ ਦੀ ਕਦਰ ਕਰਨ ਨੂੰ ਤਿਆਰ ਨਹੀਂ ਹਾਂ। ਮੈਨੂੰ ਯਾਦ ਹੈ ਵੀ ਭਾਈ ਮਨਮੋਹਨ ਸਿੰਘ ਜਦੋਂ USA ਮੈਨੂੰ ਉੱਥੇ ਮਿਲੇ ਤਾਂ ਉਹ ਅਕਸਰ ਗੱਲਾਂ ਕਰਦੇ ਸੀ ਕਿ ਮਾਤਾ ਜੀ ਠੀਕ ਨਹੀਂ, ਮੈਂ ਆਪਣੇ ਪਰਿਵਾਰ ਨੂੰ ਉੱਥੇ ਛੱਡਿਆ। ਇਹ ਹਰ ਇੱਕ ਡਿਸੀਜਨ ਨਹੀਂ ਲੈ ਸਕਦਾ, ਹਰ ਇੱਕ ਬੱਚੇ ਦੇ ਭਾਗਾਂ 'ਚ ਇਹ ਗੱਲ ਨਹੀਂ ਹੁੰਦੀ ਕਿ ਉਹ ਆਪਣੀ ਮਾਂ ਪ੍ਰਤੀ, ਆਪਣੇ ਪਿਤਾ ਪ੍ਰਤੀ ਇੱਦਾਂ ਦੇ ਡਿਸੀਜਨ ਲੈਣ। ਨਹੀਂ ਤਾਂ ਸਮਾਜ ਵਿੱਚ ਮੈਂ ਪਹਿਲਾਂ ਕਹਿਤਾ, ਅਸੀਂ ਰੋਜ਼ ਥਾਂ ਥਾਂ 'ਤੇ ਜਾਂਦੇ ਹਾਂ, ਬਿਰਧ ਆਸ਼ਰਮਾਂ ਦੇ ਵਿੱਚ 5-5 ਪੁੱਤਰਾਂ ਦੀਆਂ ਮਾਵਾਂ ਵੀ ਰਾਤਾਂ ਕੱਟਦੀਆਂ ਪਈਆਂ ਨੇ। ਪੁੱਤਰ ਵੀ ਹੈਗੇ ਨੇ, ਨੂੰਹਾਂ ਵੀ ਹੈਗੀਆਂ ਨੇ, ਪਰਿਵਾਰ ਦੇ ਜੀ ਵੀ ਹੈਗੇ ਨੇ। ਸਾਨੂੰ ਲੱਗਦਾ ਵੀ ਕਿਸੇ ਧਾਰਮਿਕ ਅਸਥਾਨ 'ਤੇ ਮੱਥਾ ਟੇਕਣਾ ਵੱਡਾ ਪੁੰਨ ਹੈ, ਪਰ ਬਜ਼ੁਰਗਾਂ ਦੀ ਜਿਹੜੀ ਕਦਰੋ ਕੀਮਤ, ਸਤਿਕਾਰ, ਉਹ ਸਮਾਜ ਵਿੱਚੋਂ ਅਲੋਪ ਹੁੰਦਾ ਜਾ ਰਿਹਾ। ਐਵੇਂ ਥੋੜ੍ਹਾ ਭਾਈ ਗੁਰਦਾਸ ਜੀ ਨੇ ਬਚਨ ਕਿਹਾ ਸੀ, ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਪਿਆਰਿਓ, ਸਰਦਾਰ ਕਰਮ ਸਿੰਘ ਹਿਸਟੋਰੀਅਨ ਆਪਣੀ ਕਿਤਾਬ 'ਚ ਲਿਖਦੇ ਨੇ, ਮੇਰੇ ਸਾਹਮਣੇ ਕੋਈ ਨੌਜਵਾਨ ਦੁਨੀਆ ਤੋਂ ਜਾਂਦਾ ਸੀ ਨਾ, ਦੁੱਖ ਤੇ ਉਹਦਾ ਵੀ ਹੁੰਦਾ ਸੀ, ਪਰ ਇੰਨਾ ਦੁੱਖ ਨਹੀਂ ਸੀ ਹੁੰਦਾ ਜਿੰਨਾ ਕਿਸੇ ਬਜ਼ੁਰਗ ਦੇ ਜਾਣ ਦਾ ਹੁੰਦਾ ਸੀ। ਉਹਨਾਂ ਨੂੰ ਕਿਸੇ ਨੇ ਪੁੱਛਿਆ, ਉਹ ਕਿਉਂ? ਤੁਹਾਨੂੰ ਕਿਸੇ ਬਜ਼ੁਰਗ ਦੇ ਜਾਣ ਦਾ ਦੁੱਖ ਕਿਉਂ ਹੋਇਆ? ਕਹਿੰਦੇ ਬਜ਼ੁਰਗ ਜਿੰਨਿਆਂ ਸਾਲਾਂ ਦਾ ਹੋਏਗਾ ਓਨੇ ਸਿਆਲ ਦੀ ਉਹਦੇ ਕੋਲ ਹਿਸਟਰੀ ਹੋਏਗੀ, ਇਤਿਹਾਸ ਹੋਏਗਾ, ਉਹਨੇ ਆਸੇ ਪਾਸੇ ਬੜਾ ਕੁਝ ਅੱਖਾਂ ਨਾਲ ਵੇਖਿਆ ਹੋਏਗਾ। ਆਪਣੇ ਘਰਾਂ 'ਚ ਕਈ ਵਾਰੀ ਦਾਦੇ ਹੁੰਦੇ ਨੇ, ਦਾਦੀਆਂ ਹੁੰਦੀਆਂ ਨੇ, ਸਾਡੇ ਵੱਡੇ ਵਡੇਰੇ ਹੁੰਦੇ ਨੇ। ਸਾਨੂੰ ਕਈ ਵਾਰੀ ਲੱਗਦਾ ਵੀ ਇਹਨਾਂ ਨੂੰ ਕੀ ਪਤਾ ਹੈ, ਪਰ ਜੋ ਕੁਝ ਉਹਨਾਂ ਨੇ ਅੱਖੀਂ ਵੇਖਿਆ, ਕੰਨੀ ਸੁਣਿਆ, ਸਾਨੂੰ ਕਿਸੇ ਕਿਤਾਬ 'ਚੋਂ ਨਹੀਂ ਮਿਲਣਾ। ਜੋ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੈ, ਜਿਹੜੇ ਉਹਨਾਂ ਨੇ ਘੱਟ ਐਜੂਕੇਸ਼ਨ ਦੇ ਵਿੱਚ ਰਹਿ ਕੇ ਵੀ, ਘੱਟ ਪੜ੍ਹਾਈ ਦੇ ਵਿੱਚ ਵੀ ਉਹਨਾਂ ਨੇ ਪਰਿਵਾਰਾਂ ਨੂੰ ਇਕੱਠੇ ਕਰਕੇ ਰੱਖਿਆ, ਜਿਹਨੂੰ ਅੱਜ ਅਸੀਂ ਐਜੂਕੇਸ਼ਨ ਦਾ ਨਾਂ ਦਿੰਦੇ ਹਾਂ। ਗੁੱਸਾ ਨਾ ਮਨਾਇਓ, ਇੱਕ ਲੌਤਾ ਬੱਚਾ ਵੀ ਮਾਂ ਬਾਪ ਨਾਲ ਇੱਕ ਮਕਾਨ ਦੀ ਛੱਤ ਥੱਲੇ ਰਹਿਣ ਨੂੰ ਤਿਆਰ ਨਹੀਂ, ਜਿਹਨੂੰ ਅੱਜ ਅਸੀਂ ਐਜੂਕੇਸ਼ਨ ਦਾ ਨਾਂ ਦਿੰਦੇ ਹਾਂ ਨਾ। ਚਲੋ ਦਰਾਣੀਆਂ ਜਠਾਣੀਆਂ ਦੀ ਲੜਾਈ ਹੋ ਸਕਦੀ ਹੈ, ਕਿੱਥੇ ਇੱਕੋ ਹੀ ਪੁੱਤਰ ਹੈ, ਇੱਕੋ ਹੀ ਨੂੰਹ ਹੈ, ਉਹ ਵੀ ਆਪਣੇ ਮਾਂ ਬਾਪ ਨਾਲ ਇੱਕ ਮਕਾਨ ਦੀ ਛੱਤ ਥੱਲੇ ਰਹਿਣ ਨੂੰ ਤਿਆਰ ਨਹੀਂ। ਕਿਉਂ? ਸੁਭਾਅ ਦੀ ਪ੍ਰੋਬਲਮ ਹੈ। ਅਸੀਂ ਸਭ ਕੁਝ ਬਦਲ ਲਿਆ, ਅਸੀਂ ਕੋਠੀਆਂ ਬਦਲ ਲਈਆਂ, ਗੱਡੀਆਂ ਬਦਲ ਲਈਆਂ, ਕੱਪੜਿਆਂ ਦੇ ਡਿਜ਼ਾਈਨ ਬਦਲ ਦਿੱਤੇ, ਖਾਣ ਪੀਣ ਦੇ ਤਰੀਕੇ ਬਦਲ ਦਿੱਤੇ। ਜੇ ਨਹੀਂ ਬਦਲ ਪਾਏ ਤੇ ਆਪਣਾ ਸੁਭਾਅ ਨਹੀਂ ਬਦਲ ਪਾਏ, ਆਪਣੀ ਸੋਚ ਨਹੀਂ ਬਦਲ ਪਾਏ। ਬਾਣੀਆਂ ਦੀ ਆਪਣੀ ਸੋਚ ਬਦਲ, ਆਪਣੇ ਆਪ ਨੂੰ ਘੜਨ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਚੇਂਜ ਕਰ। ਬਾਣੀ ਰੋਜ਼ ਸਾਨੂੰ ਉਪਦੇਸ਼ ਦਿੰਦੀ ਹੈ, ਖੋਜੀ ਉਪਜੈ ਬਾਦੀ ਬਿਨਸੈ। ਖੋਜ ਕਰਨ ਵਾਲਾ ਉਪਜਦਾ ਹੈ, ਵਾਦਾਂ 'ਚ ਪੈਣ ਵਾਲਾ ਬਿਨਸਦਾ ਹੈ। ਸਤਿਗੁਰ ਸਾਨੂੰ ਉਪਦੇਸ਼ ਦੇ ਕੇ ਕਹਿੰਦੇ, ਭਾਈ ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ, ਇਹ ਤੇਰੇ ਕੋਲ ਇੱਕ ਮੌਕਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਸਾਡੇ ਸਮਾਜ 'ਚ ਵੇਖਿਓ ਕਈ ਵਾਰੀ ਅਸੀਂ ਕਹਿੰਦੇ ਟਾਈਮ ਪਾਸ ਕਰਨਾ ਮੈਂ, ਉਹ ਭਲਿਆ ਟਾਈਮ ਪਾਸ ਨਾ ਕਰ, ਟਾਈਮ ਤੈਨੂੰ ਪਾਸ ਕਰ ਰਿਹਾ ਹੈ। ਵਕਤ ਤੈਨੂੰ ਪਾਸ ਕਰਕੇ ਅੱਗੇ ਲੰਘਦਾ ਜਾ ਰਿਹਾ ਹੈ, ਵਕਤ ਅੱਗੇ ਭੱਜਾ ਜਾ ਰਿਹਾ ਹੈ, ਤੂੰ ਟਾਈਮ ਨੂੰ ਕੀ ਪਾਸ ਕਰਨਾ? ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਵਹਿੰਦੀ ਜਾਂਦੀ ਹੈ ਨਦੀ ਤੇਰੀ ਜ਼ਿੰਦਗੀ ਦੀ, ਕਦੀ ਧਿਆਨ ਲਾ ਕੇ ਵੇਖਿਆ ਹੀ ਨਹੀਂ। ਇੱਕ ਪਲ, ਸਕਿੰਟ, ਮਿੰਟ ਕਰਕੇ ਤੇਰੀ ਜ਼ਿੰਦਗੀ ਤੇਰੇ ਹੱਥੋਂ ਖੁਸਕਦੀ ਜਾ ਰਹੀ ਹੈ। ਯਾਦ ਰੱਖਣਾ, ਦੁਨੀਆ 'ਤੇ ਅਮੀਰ ਤੋਂ ਅਮੀਰ ਬੰਦੇ ਵੀ ਇਸ ਦੁਨੀਆ 'ਤੇ ਆਏ, ਅਤੇ ਗਰੀਬ ਤੋਂ ਗਰੀਬ ਬੰਦੇ ਵੀ ਦੁਨੀਆ 'ਤੇ ਆਏ, ਪਰ ਯਾਦ ਪਤਾ ਕਿਹਨੂੰ ਕੀਤਾ ਜਾਂਦਾ ਹੈ? ਜਿਹੜਾ ਚੰਗਾ ਕਰੈਕਟਰ ਅਤੇ ਚੰਗੀ ਜੀਵਨ ਸ਼ੈਲੀ ਜੀਉ ਕੇ ਗਿਆ। ਆਪਾਂ ਮਾਝ ਕੀ ਵਾਰ ਵਿੱਚ ਗੁਰਦੇਵ ਦਾ ਬਚਨ ਪੜ੍ਹਦੇ ਹਾਂ। ਗੁਰਦੇਵ ਜੀ ਕਹਿੰਦੇ ਨੇ, ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿਣ ਦਾ ਭਾਂਡਾ ਟੁੱਟ ਜਾਏ, ਸੋਨੇ ਦਾ ਕੋਈ ਗਹਿਣਾ ਟੁੱਟ ਜਾਏ,
कोई लोहे का औजार टुट जाए, कैहां कंचन टुटे सार, अग्नि गंढ पाए लोहार। तिन्ने चीज़ां टुट जाण, अग लोहा टुट जाए, कैं दा भांडा टुट जाए, सोना टुट जाए, इन्हां तिन्नां चीज़ां नूं अग दे नाल गंढ पाई जाती है। तो तिन्नां नूं जोड़न वालियां दे नाम वखरे वखरे ने। सोने का काम करन वाला सुनियारा, लोहे का काम करन वाला उहनूं लोहार कहने आ, तो जिहड़ा कैं दे भांडे जोड़दा उहनूं आपां ठठियार कहने आ। पर इत्थे एक शब्द वरतिया कॉमन साझा, वो कि लोहार। कैहां कंचन टुटे सार, अग्नि गंढ पाए लोहार। क्योंकि बाणी काव रूप च है, उत्थे लोहार शब्द कॉमन साझा वर दिता भी कारीगर ने तिन्नां धातां नूं अग दे उत्ते रख के जोड़ दिता। अगे आ गया गोरी सेती टुटे पधार, पुत्ती गंढ पवे संसार। मान लो किते पति पत्नी की आपस में अणबण हो गई, वो तलाक होने तक नौबत आ गई, तो कल नूं उन्हां दे घर मान लो एक बच्चा सी, बेटी सी जां बेटा सी, जो भी सी, बच्चों द्वारा उन्हां दी आपस में फिर गंढ पै गई, बच्चों ने माँ बाप फिर इकट्ठे कर दिते। हुण मान लो जे किसी घर औलाद होवे ही ना, फिर उन्होंने कौन जोड़ेगा? फिर वो शब्द आएगा पुत्ती का अर्थ परिवार से होएगा कि परिवार ने उन्होंने दोवां जियां नूं फिर इकट्ठियां कर दिता। पुत्ती गंढ, पुत्ती का अर्थ कल्ला पुत्र नहीं है, जिवें लोहार सिर्फ लोहे के काम करने वाले नूं कहंदे ने, पर इत्थे शब्द लोहार साझा वर दिता। जिवें भावें सोने का काम करने वाला होवे, भावें कैं दे भांडे जोड़न वाला होवे, उत्थे साझा शब्द वर दिता लोहार। इदां ही पुत्ती शब्द जिहड़ा वरतिया है वो कॉमन शब्द है, साझा शब्द है। जे किसी के बच्चे हैगे तां भावें पुत्र भावें धी, ते जे पुत्र धी भी है नहीं तो परिवार के जियां ने पत्नी पत्नी नूं फिर एक थां ते इकट्ठियां कर दिता। हुण ये काव रूप च दुनियावी एग्जाम्पलां दित्तियां। इहदा अखीरला जिहड़ा बंद जदों आपां पढ़दे हां, बंदा दुनिया तो चला गया, उन्होंने किद्दां याद किया जाएगा भला? एग्जाम्पल के तौर पर किद्दां याद करांगे? मैं कहूँगा मेरे पिता जी, तुसीं अपने पिता का नाम लओगे, अपने दादे का नाम लवांगे, पर किन्नियां पीढ़ियां? वध तो वध एक दो पीढ़ियां। आपां जिन्ने बैठे हाँ, सानू बैठियां नूं कोई पुछेगा साडे पिता का की नाम है, पता है, माता का की नाम है, पता है, भावें दुनिया पे है भावें नहीं है। सानू को साडी दादी परदादी का नाम पूछे, पता होएगा। पर जे सानू कोई अपने दादे परदादियां दियां 2 4 5 पीढ़ियां पिछे पूछे, मैनू लगता भी सानू वो नहीं पता, सानू कुर्सीनामा जाके फोलना पैना है। पर विचारियां योर तो उन्हें भी बड़ा लाया भी दुनिया ते साडा नाम रवे, फिर नाम रहिंदा किदां? हुण भाई तारू सिंह 25 साल दे ने, अज भी याद है, तुहानूं भी पता मैनू भी पता है। भगत पूर्ण सिंह, उन्होंने तुसीं भी जानते हो, मैं भी जानदा। जदों भी कोई पिंगलवाड़े की गल आउंदी है, भगत पूर्ण सिंह का नाम उभर के आउंदा है। 7 साल दे बाबा फतेह सिंह, बाबा जोरावर सिंह, बाबा अजीत सिंह, बाबा जुझार सिंह, किन्नी आरजू सी, दूर की जाना बाबा बंदा सिंह बहादुर दे साहिबजादे अजय सिंह, 4 साल 7 महीने की आरजू है, उन्होंने बारे भी जानते हैं। हुण ये तो पता लगता भी साडी गंढ दुनिया नाल किद्दां पैणी आ। मोया गंढ नेकी सत होए, मरण तो बाद बंदे दी इस दुनिया नाल गंढ किद्दां पैणी है? जे साडे पल्ले नेकी होएगी, करैक्टर होएगा, करदार होएगा। लोग कहणगे भाई फलाना बंदा अपना विगाड़ के भी दूजियां दा सवारदा सी। भाई वध तो वध जिन्हों जे तो सुख मिलता है, मैनू मेरी माँ तो सुख मिलता है, मैनू मेरे पिता तो सुख मिलता है, मैं याद करांगा। पर दुनिया अंदर याद उन्हें करना जिन्हों जे तो सुख मिलता है। तुसीं वेख लो समाज में किसी घर डैथ होंदी 22-25 साल के किसी नौजवान की, परिवार वाले रोंदे ने, कलपदे ने, खपदे ने, साडे घर का चिराग बुझ गया। बाकी आउंदे ने रिश्तेदार, अखां च हंधू हुंदे ने, 2-4 मिनट हमदर्दी हुंदी है। क्यों? क्योंकि परिवार वालियां दे उहदे नाल सुख जुड़े हुंदे ने, साडा नहीं जुड़िया, सानू नहीं रोण आउंदा। पर सतगुर दी बाणी कहंदी बंदिया जिंदगी जीव ऐसी कि जदों तू दुनिया तो तुरे, लोग तेरे काम वेख वेख के तेनू याद करन कि भाई बंदा सी अपना विगाड़ के भी दूजियां दा सवारदा सी। गुरु 9वें पातशाह धन गुरु तेग बहादुर महाराज जिदन दिल्ली के चांदनी चौंक में शहादत का जाम पींदे पे, इतिहासकार लिखते हैं भी उस रात भारत के लोगों ने अपने चुल्हे च अग नहीं पाई। तो साढ़े दूजे महल्ले में किसी की डैथ हुई हो ना 22-25 साल दे दी, तो दूजे महल्ले में विआह हो तो लोग डीजे ला के नचन रहे होंगे, क्योंकि सानू इन्हां नाल की मतलब है? उन्हां दा गया, साडे दे पुत्र दा मसी मसी ते विआह आया है। पर एक बन्ने गुरु 9वें पातशाह वर्गी शख्सियत जदों दिल्ली के चांदनी चौक में शहादत का जाम पींदी है,
ਤੇ ਦੁਨੀਆ ਦੇ ਲੋਕ ਆਪਣੇ ਉਸ ਵਕਤ ਭਾਰਤ ਦੇ ਲੋਕ ਆਪਣੇ ਚੁੱਲ੍ਹੇ 'ਚ ਅੱਗ ਨਹੀਂ ਪਾਉਂਦੇ। ਕਿਉਂ? ਕਹਿੰਦੇ ਅੱਜ ਸੱਚ ਸਾਡੇ ਬਦਲੇ ਫਾਂਸੀ ਚੜ੍ਹ ਗਿਆ, ਅੱਜ ਸੱਚ ਸਾਡੇ ਬਦਲੇ ਸ਼ਹਾਦਤ ਦੇ ਗਿਆ। ਜ਼ਿੰਦਗੀ ਜਿਉਣੀ ਐਸੀ ਜੀਈਏ ਕਿ ਭਾਈ ਦੁਨੀਆ ਵਿੱਚ ਮੈਂ ਇਹੋ ਜਿਹੇ ਕੰਮ ਕਰਕੇ ਜਾਵਾਂ, ਲੋਕ ਕਹੇ ਭਾਈ ਇਹ ਇਕੱਲਾ ਆਪਣੇ ਬੱਚਿਆਂ ਲਈ ਨਹੀਂ, ਆਪਣੇ ਪਰਿਵਾਰ ਲਈ ਨਹੀਂ, ਇਹ ਸਮਾਜ ਲਈ, ਦੁਨੀਆ ਲਈ ਵੀ ਜ਼ਿੰਦਗੀ ਜਿਉਂਦਾ ਸੀ। ਜਦੋਂ ਵੀ ਦੁਨੀਆ 'ਤੇ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਸਾਕ ਸੰਬੰਧ ਦੀ ਚਿਖਾ ਬਲਦੀ ਵੇਖਦੇ ਹਾਂ, ਉਸ ਵਕਤ ਇੱਕ ਵਾਰ ਹੌਕਾ ਤੇ ਨਿਕਲਦਾ, ਆਪਾਂ ਕਹਿੰਦੇ ਵੇਖੋ ਸਾਰਿਆਂ ਇੱਥੇ ਹੀ ਆਉਣਾ। ਇਹ ਸ਼ਬਦ ਅਸੀਂ ਸਾਰੇ ਬੋਲਦੇ ਹਾਂ, ਸਾਡੀ ਯਾਤਰਾ ਇੱਥੋਂ ਤੱਕ ਹੈ। ਪਰ ਵੇਖ ਲਓ, ਜਦੋਂ ਚਿਖਾ ਠੰਡੀ ਹੁੰਦੀ ਹੈ, ਜਦੋਂ ਅਸੀਂ ਚਿਖਾ ਤੋਂ ਮਾੜਾ ਜਿਹਾ ਪਰਾਂ ਹੁੰਦੇ ਹਾਂ, ਉਹੋ ਹੀ ਈਰਖਾ, ਉਹੋ ਹੀ ਸਾੜਾ, ਉਹੋ ਹੀ ਨਫ਼ਰਤ, ਉਹੋ ਹੀ ਦਵੈਕ ਭਾਵਨਾ, ਉਹੋ ਹੀ ਚੁਗਲੀ, ਉਹੋ ਹੀ ਅਹੁਦਾ ਮਾੜਾ ਕਰਦੇ, ਉਹਨੂੰ ਇੱਦਾਂ ਕਰਦੇ। ਜਾਨੀ ਕਿ ਅਸੀਂ ਸਿੱਖਿਆ ਨਹੀਂ ਲੈਂਦੇ ਕਿ ਦੁਨੀਆ ਤੋਂ ਜਾਣ ਵਾਲਾ ਬੰਦਾ ਇੱਕ ਸੁਨੇਹਾ ਦੇ ਕੇ ਗਿਆ ਕਿ ਕੱਲ੍ਹ ਤੂੰ ਮੇਰੇ ਨਾਲ ਬਹਿ ਕੇ ਰੋਟੀ ਖਾਧੀ, ਅੱਜ ਆਪਣੇ ਹੱਥੀਂ ਚਿਖਾ ਚਿਣ ਕੇ ਮੈਨੂੰ ਅਗਨ ਭੇਟ ਕਰਕੇ ਆਇਆ। ਜੇ ਮੈਂ ਨਹੀਂ ਨਾ ਰਿਹਾ ਤੇ ਰਹਿਣਾ ਪਿਆਰਿਆ ਤੂੰ ਵੀ ਨਹੀਂ। ਅੱਜ ਤੋਂ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ, ਚੰਗੇ ਕੰਮਾਂ ਦੀ ਆਪਣੀ ਜ਼ਿੰਦਗੀ 'ਚ ਗਿਣਤੀ ਵਧਾ ਦੇ, ਤਾਂ ਕਿ ਤੂੰ ਦੁਨੀਆ ਤੋਂ ਚਲਾ ਵੀ ਜਾਵੇਂ, ਤੇਰੇ ਕੰਮ ਤੈਨੂੰ ਹਮੇਸ਼ਾ ਯਾਦ ਰਹਿਣ, ਦੁਨੀਆ 'ਤੇ ਤੈਨੂੰ ਲੋਕ ਕੰਮਾਂ ਕਰਕੇ ਯਾਦ ਰੱਖਣ। ਇਸੇ ਕਰਕੇ ਭਗਤ ਕਬੀਰ ਜੀ ਨੇ ਕਿਹਾ ਸੀ, ਕਬੀਰ ਇਹ ਤਨ ਜਾਏਗਾ ਸਕੋ ਹੈਗੀ ਤਾਕਤ ਤਾਂ ਲੇਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ। ਨੰਗੇ ਪੈਰ ਸ਼ਬਦ ਕਿਉਂ ਬੋਲਿਆ ਜੀ ਭਲਾ? ਬੰਦਾ ਜਿੰਨਾ ਮਰਜ਼ੀ ਅਮੀਰ ਦੁਨੀਆ ਤੋਂ ਜਾਵੇ, ਉਹਦੇ ਤਨ 'ਤੇ ਕੱਪੜੇ ਤੇ ਪਾ ਦਈਦੇ ਆ, ਪਰ ਪੈਰੀ ਕੁਝ ਨਹੀਂ ਪਾਈਦਾ ਉਹਦੇ, ਭਾਵੇਂ ਉਹਦੇ 10-10 ਹਜ਼ਾਰ ਦੇ ਸ਼ੂਜ਼ ਘਰ ਪਏ ਹੋਣ। ਕਦੀ ਐਸਾ ਹੋਇਆ ਆਪਾਂ ਕਹੇ ਵੀ ਬੰਦਾ ਬੜਾ ਧਨਾੜ ਗਿਆ, ਵੀ ਕੱਲ੍ਹ ਜੁੱਤੀ ਲੈ ਕੇ ਆਇਆ ਤੇ ਪੈਰੀ ਜੁੱਤੀ ਤੇ ਪਵਾ ਦਿਓ? ਕਹਿੰਦੇ ਨਾਂਗੇ ਪਾਉ ਤੇ ਗਏ। ਜਿਹੜਾ ਆਪਣੇ ਘਰੋਂ ਤੁਰ ਲੱਗਿਆ ਪਹਿਲਾਂ ਮੈਚਿੰਗ ਕਰਦਾ ਹੁੰਦਾ ਸੀ ਵੀ ਇਹਦੇ ਨਾਲ ਆਹ ਜੁੱਤੀ ਫੱਬਦੀ ਆ, ਪਰ ਅੱਜ ਵੇਖ ਲਓ ਪੈਰੀ ਨਹੀਂ ਕੁਝ ਵੀ ਗਿਆ। ਨਾਂਗੇ ਪਾਵੋਂ ਤੇ ਗਏ ਜਿਨ ਕੇ, ਅੱਗੇ ਕੀ ਹੈ ਜੀ? ਇੱਥੇ ਸ਼ਬਦ ਵਰਤਿਆ ਜਿਨ੍ਹਾਂ ਦੇ ਲੱਖਾਂ ਤੇ ਕਰੋੜਾਂ ਤਿਜੋਰੀਆਂ 'ਚ ਪਏ ਸੀ। ਕਹਿੰਦੇ ਅੱਜ ਉਹ ਵੀ ਉਹਨੂੰ ਬਚਾ ਨਾ ਸਕੇ। ਫਿਰ ਕਰੀਏ ਕੀ? ਭਗਤ ਕਬੀਰ ਜੀ ਇੱਕੋ ਬਚਨ ਕਹਿ ਕੇ ਖਿਮਾ ਮੰਗਾ ਤੁਹਾਡੇ ਕੋਲੋਂ, ਸਮਾਂ ਸਮਾਪਤ ਹੈ। ਪੁੱਛੀਏ ਵੀ ਜੇ ਨਹੀਂ ਬਚਾ ਸਕਦੇ ਫਿਰ ਕਰੀਏ ਕੀ? ਉਪਦੇਸ਼ ਕੀ ਹੈ? ਕਹਿੰਦੇ ਅਗਲਾ ਸਲੋਕ ਪੜ੍ਹ ਲਓ, ਕਬੀਰ ਇਹ ਤਨ ਜਾਏਗਾ ਕਮਣੇ ਮਾਰਗ ਲਾਏ। ਇਹਨੂੰ ਕਿਸੇ ਚੰਗੇ ਰਸਤੇ ਪਾ ਲਓ। ਮਾਰਗ ਕਿਹੜਾ? ਗੁਰੂ ਦੇ ਰਸਤੇ 'ਤੇ ਪਾ ਲਓ, ਗੁਰੂ ਦੇ ਰਸਤੇ 'ਤੇ ਤੋਰ ਲਓ, ਤੇ ਸਮਾਂ ਆਏਗਾ ਸਰੀਰ ਨਹੀਂ ਰਵੇਗਾ, ਪਰ ਸਰੀਰ ਦੁਆਰਾ ਕੀਤੇ ਲੋਕ ਕੰਮ ਦੁਨੀਆ 'ਤੇ ਯਾਦ ਕਰਨਗੇ। ਭਾਈ ਬੰਦਾ ਆਪਣਾ ਵਿਗਾੜ ਕੇ ਵੀ ਦੂਜਿਆਂ ਦਾ ਸਵਾਰਦਾ ਸੀ। ਕਬੀਰ ਇਹ ਤਨ ਜਾਏਗਾ ਕਮਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਭਾਵ ਗੁਰੂ ਸਾਧ ਦੀ ਸੰਗਤ ਕਰ, ਪਰਮੇਸ਼ਰ ਦੇ ਰੱਬੀ ਗੁਣ ਗਾ, ਤੇ ਜੀਵਨ ਤੇਰਾ ਸਫਲਾ ਹੋ ਜਾਏਗਾ। ਪਿਆਰਿਓ, ਮਾਂ ਤਾਂ ਭਾਵੇਂ 100 ਸਾਲ ਦੀ ਵੀ ਹੋਵੇ, ਮਾਂ ਤੇ ਮਾਂ ਹੁੰਦੀ ਹੈ। ਮਾਂ ਦਾ ਨਿੱਘ ਐਸਾ ਹੈ, ਨਾਲੇ ਮਾਂ ਸ਼ਬਦ ਇੱਕ ਇੱਦਾਂ ਦਾ ਹੈ। ਭਗਤ ਕਬੀਰ ਜੀ ਨੇ ਬਚਨ ਪਤਾ ਕੀ ਆਖਿਆ? ਕਹਿੰਦੇ ਰੱਬ ਜੀ ਮੈਂ ਤੁਹਾਨੂੰ ਵੇਖਿਆ ਨਹੀਂ, ਮੈਂ ਨਹੀਂ ਵੇਖਿਆ, ਪਰ ਮੈਂ ਮਹਿਸੂਸ ਕਰਦਾ ਤੁਸੀਂ ਮਾਂ ਵਰਗੇ ਹੋਗੇ। ਪੁੱਛਿਆ ਉਹ ਕਿਵੇਂ? ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ। ਸਾਰੇ ਬੋਲੋ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਕਸ ਤੇਤੇ। ਬੱਚਾ ਜਿੰਨੀਆਂ ਮਰਜ਼ੀ ਗਲਤੀਆਂ ਕਰੇ, ਪਰ ਮਾਂ ਦੀ ਇੱਕ ਫਿਤਰਤ ਹੁੰਦੀ ਹੈ। ਮਾਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਪਰਾਂ ਕਰਕੇ ਨਾ ਫਿਰ ਵੀ ਉਹਦਾ ਮੱਥਾ ਚੁੰਮਦੀ ਹੈ, ਫਿਰ ਵੀ ਉਹਨੂੰ ਰੋਟੀ ਦਿੰਦੀ ਹੈ, ਫਿਰ ਵੀ ਉਹਨੂੰ ਨਿਭਾਉਂਦੀ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਕਸ ਤੇਤੇ। ਰਾਮਈਆ ਹਾਂ ਮੈਂ ਬਾਰਕ ਤੇਰਾ, ਇੱਦਾਂ ਹੀ ਮੈਂ ਵੀ ਤੁਹਾਡਾ ਬੱਚਾ ਵਾਂ। ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕੋਪ ਕਰੇ ਕਰਤਾ ਆ, ਤਾਂ ਵੀ ਚੀਤ ਨ ਰਾਕਸ ਮਾਇਆ। ਕਈ ਨਲਾਇਕ ਬੱਚੇ ਨਾ ਨਸ਼ਿਆਂ ਦੀ ਹੋੜ ਵਿੱਚ ਮਾਵਾਂ ਦੇ ਗਲ ਵੀ ਪੈ ਜਾਂਦੇ, ਮਾਵਾਂ ਨੂੰ ਮਾਰਨ ਪੈ ਜਾਂਦੇ ਆ, ਤੇ ਮਾਵਾਂ ਸ਼ਬਦ ਬੋਲ ਦਿੰਦੀਆਂ ਕਈ ਵਾਰੀ ਗੁੱਸੇ 'ਚ ਆ ਕੇ, ਇਹਦੇ ਨਾਲੋਂ ਜੰਮਦਾ ਮਰ ਜਾਂਦਾ, ਇਹਦੇ ਨਾਲੋਂ ਮੇਰੇ ਘਰ ਔਲਾਦ ਨਾ ਹੁੰਦੀ। ਪਰ ਬੋਲ ਕੇ ਨਾ ਸ਼ਬਦ ਤੇ ਪਰਾਂ ਜਾ ਕੇ ਪਤਾ ਕੀ ਕਹਿੰਦੀ ਆ? ਰੱਬਾ ਕਿਤੇ ਇੰਜ ਕਰ ਨਾ ਦੇਈ, ਮੈਂ ਬੋਲ ਬੈਠੀ ਇੰਜ ਕਰ ਨਾ ਦੇਈ। ਇਹ ਮਾਂ ਦਾ ਹਿਰਦਾ ਹੈ। ਮਾਂ ਦੇ ਕੋਲ ਬਹੁ, ਜਿਨ੍ਹਾਂ ਕੋਲ ਵੀ ਮਾਵਾਂ ਹੈਗੀਆਂ ਨੇ, ਉਹਨਾਂ ਨਾਲ ਬੈਠੋ, ਗੱਲਾਂ ਬਾਤਾਂ ਕਰੋ, ਦਾਦਿਆਂ ਨਾਲ, ਪੜਦਾਦਿਆਂ ਨਾਲ, ਜੋ ਵੀ ਹੈ ਸਾਡੇ ਕੋਲ। ਇਹ ਅਮੀਰ ਵਿਰਸਾ ਹੈ, ਇਹ ਸਮਾਂ ਮਿਲਿਆ ਹੈ। ਸਤਿਗੁਰ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ, ਕਾਹੇ ਪੂਤ, ਭਾਵੇਂ ਗੱਲ ਉੱਥੇ ਪਰਮੇਸ਼ਰ ਦੀ ਹੈ, ਪਰ ਇਹਨੂੰ ਸੰਸਾਰ ਦੇ ਰਿਸ਼ਤਿਆਂ 'ਤੇ ਵੀ ਲਾ ਕੇ ਵੇਖਿਓ। ਕਾਹੇ ਪੂਤ ਝਗੜਤ ਹੋ ਸੰਗ ਬਾਪ,
जिन के जने बडीरे तुम हो तिन स्यों झगरत पाप। ये बड़ा खतरनाक ते बज्र पाप है। जिन्हें पैदा करके तेनों वड्डा कीता है उहदे अगे बोलना, माड़े शब्दां दे नाल उहनूं संबोधन करना, ये बड़ा बज्र पाप है जिहड़ा तेनों कदी सुख दी नींद नहीं सौण देवेगा। मैं तो इहो कहना हुन्ना, अमीरी वेखनी है, सुख वेखना तो ये वेखो जिथे दादा बैठा, पिता बैठा, माँ बैठी, बच्चियां च गल्लां बातां हो रही ने, ये सुख है। बड़े 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 घर वेखे, 10-10 बैडरूमां दे घर भी वेखे जिथे 9 नूं ताला लगा, एक बैडरूम खुला है तो घर का जी इको ही है, गल्लां करन वाला कोई है ही नहीं। दुनिया रंग बिरंगी है प्यारे, किते जी ज़्यादा ने, रहण लई घर है नहीं, किते घर बहुत वड्डा है तो 10-10 बैडरूम ने तो रहण वाला जी कोई नहीं। ये भुलेखा दिमाग चों कढ़ दईए कि दुनिया के धन पदार्थां नाल सुख आउणा है। जे धन पदार्थां नाल सुख आउणा हुंदा सतगुरू नूं बाणी 'च गल कदी ना लिखनी पैंदी, सुख नाही बहुता धन खट है। पैसा चंगी चीज़ है, पैसा बहुत कुछ है, पर पैसा सब कुछ नहीं है। पैसा सब कुछ नहीं है, पैसा बहुत कुछ है पर पैसा सब कुछ नहीं है। सुख नाही बहुते धन खट है, सुख नाही पेख है नृत नाट है। नृत नाट कहते हैं नाटक चेटक, सर्कस वेख आओ, उत्थे थिएटर 'च मूवी लगी है, 10 मिनट हासा हो गए, पर असली हासा वही है जिहड़ा अपने परिवार 'च बैठ के, अपने बच्चों नाल बैठ के, अपनी माँ नाल, अपने दादे नाल, अपने परिवार के जियां 'च बैठ के तुसी हासा हसना, वो हासा होना चंगे कम्मां नाल। तो पातशाह जी कहते हैं सुख नाही पेखे नृत नाटै, सुख नाही बहु देश कमाए। सारिया देशों ते तेरे नां दा सिक्का चले, पर जे तू कवें तेनों सुख मिल जू, ना प्यारिया, सुख का संबंध तेरे अंदर नाल है। सर्ब सुखा हर हर गुण गाए, रब्बी गुण गाउण दे विच सुख है। आओ मालक दी बाणी जो साडे जीवन की अगवाई करती है, सतगुर के पावन उद्देश नूं जिंदगी का आधार बनाइए। एक बेनती मैं जरूर अखीर विच करांगा। देखो शरीर का ढांचा डिगदा है जिन्हों असीं मौत कहने आ, पर बाणी मौत नहीं कहती। बाणी कहती 5 तत्त इकट्ठे होए तो शरीर बनया। किहड़े किहड़े? अग, हवा, पानी, आकाश, मिट्टी जिन्हों आपां धरती कहने आ। ये 5 तत्त इकट्ठे होए तो एक शरीर होंद विच आया। इनू कहते कबीर धूर सकेल कै पुरियां बांधी दे। मिट्टी इकट्ठी करके पुड़ियां बांधियां, इन्हां पुड़ियां का नाम रख दिता साडे घरदियां ने कि ये सरबजीत सिंह है, ये जोगिंदर सिंह है, ये महेंद्र सिंह है। ना रख दिते ना, ना हैगियां ते पुड़ियां ने, हैगे सारे 5 तत्तां दे ने। दिवस 4 को पेखना, अगे बोलो अंत खे की 4 दिनां दी खेड है। फिर आपां आपे ही मिट्टी दा इकट्ठी करके आपे ही जल प्रवाह कर आउणी है। हुण सवाल पैदा हुंदा जे चाहिए तो असीं अपने बजुर्गों नूं जिउंदे रख सकते हैं। हुण तुहाडे दिमाग 'च क्वेश्चन आएगा वो किवें? इदां जदों साडे घरों साडा पिता जांदा है, जो साडे पिता दीयां खूबियां ने, जदों धी पेकिਆਂ नूं आवे, भरावां कोलों पिता वाला उदां ही प्यार मिले, उदां ही उहनूं गल वकड़ी मिले। तो जदों धी अपने पेके घरों सहुरे घर जाऊ कहेगी मैं अपने भरा दे विचों अपना पिता वेखदी हां, मेरा पिता दुनिया चों गया नहीं, मैं ओह प्यार अपने भरा दे विचों वेखिआ। भरजाइयां ने ओह प्यार सस वाला, माँ वाला अपनियां ननाना नूं देण। ते जदों ननान पेके आवे कवे जदों मैं अपनी भरजाई दे गल लगदी हां, मैं उहदे विचों अपनी माँ दा निग महसूस करदी हां। ये साडा फर्ज है, असीं अपने माँ बाप नूं दुनिया ते रखना है कि नहीं रखना। चंगियाई है उहनूं बीज लईए, साडे विचों ही वो गुण खुशबू बन के समाज दे विच निकलण। ये साडा अपना फर्ज बनदा। असीं किदां दे संस्कार लैके जिंदगी नूं जिउणा है। गुरु बख्शिश करे। माँ बाप अमोलक दात है, उनका सत्कार करना सीखिए, अदब करना सीखिए। गुरु की बाणी पढ़दिआं चंगे जीवन दे विच गुण धारण करिए। उन्हां गुणां दी बदौलत ही समाज विच साडा एक थां बनेगा। दुनिया कहेगी सच्चे मार्ग चलदिआं उस्तत करै जहान। सारे परिवार रिश्तेदार साख संबंधी सतगुर की गोद विच बैठ के माता अमृत कौर तिन्हां दी अंतम अरदास विच आप जी सारे शामिल होए हो। सतगुर की बाणी का कीर्तन भी सुने है, पाठ भी सुने आप जी ने, विचारां भी सुनिया ने। पर याद रखना ये उपदेश साडे लई है कि भाई आओ अपने जीवन नूं सवारीए ते चंगा जीवन जीउण दी जिहड़ी जीवन जाच सानूं सतगुर ने बख्शिश कीती उहदे ते तुरन दा यतन करिए। सारिआं दा धन्नवाद। अदब सत्कार नाल फतेह बुलाओ ते बहुत प्यार नाल आखो जी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।